हेलो दोस्तों, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਨੈਕਸਟ ਟੌਪਿਕ ਪਿੰਨਾਂ ਦੀ ਫ੍ਰੈਕਸ਼ਨ ਦੀ। ਪਿਛਲੀ ਕਲਾਸਾਂ ਦੇ ਵਿੱਚ ਆਪਾਂ ਪਿੰਨਾਂ ਬਾਰੇ ਬੜਾ ਡਿਟੇਲਸ ਪੜ੍ਹ ਚੁੱਕੇ ਹਾਂ। ਇਸ ਲੈਕਚਰ ਦੇ ਵਿੱਚ ਆਪਾਂ ਥੋੜੀ ਜੀ ਪੁਰਾਣੀ ਹੀ ਇਨਫੋਰਮੇਸ਼ਨ ਤੇ ਆਪਾਂ ਗੱਲ ਕਰਾਂਗੇ, ਦੁਹਰਾਈ ਕਰਾਂਗੇ। ਪਿੰਨ ਹੁੰਦੀ ਕੀ ਹੈ? ਸਭ ਤੋਂ ਪਹਿਲਾ ਕੁਐਸਚਨ, ਫ੍ਰੈਕਸ਼ਨ। ਵਾਟ ਇਜ਼ ਫ੍ਰੈਕਸ਼ਨ? ਇਹ ਹੁੰਦਾ ਕੀ ਹੈ? ਪੂਰਨ ਦਾ ਇੱਕ ਭਾਗ, ਪਾਰਟ ਆਫ ਅ ਹੋਲ। ਪੂਰਨ ਦਾ ਇੱਕ ਭਾਗ, ਪਾਰਟ ਆਫ ਏ ਹੋਲ। ਇੱਥੇ ਜੋ ਪੂਰਨ ਸ਼ਬਦ ਹੈ, ਥੋੜਾ ਜਿਹਾ ਮੈਂ ਉਹਨੂੰ ਕਲੀਅਰ ਕਰਦਾ ਪਹਿਲਾਂ। ਪੂਰਨ ਦਾ ਮਤਲਬ ਕੀ ਹੈ? ਪੂਰਨ ਇੱਕ ਇਕਾਈ ਵੀ ਹੋ ਸਕਦੀ ਹੈ, ਇੱਕ ਸਮੂਹ ਵੀ ਹੋ ਸਕਦਾ ਹੈ। ਬਿਲਕੁਲ, ਪੂਰਨ ਇੱਕ ਇਕਾਈ ਵੀ ਹੋ ਸਕਦੀ ਹੈ, ਇੱਕ ਸਮੂਹ ਵੀ ਹੋ ਸਕਦਾ ਹੈ। ਮੈਂ ਇੱਕ ਪੈਨਸਿਲ ਦੀ ਗੱਲ ਕੀਤੀ, ਠੀਕ ਹੈ, ਜਾਂ ਆਪਾਂ ਪੈਨਸਿਲ ਬਾਕਸ ਦੀ, ਪੈਨਸਿਲ ਦੀ ਡੱਬੀਆਂ ਦੀ ਗੱਲ ਕੀਤੀ, ਇਹ ਪੂਰਨ ਹੈ ਕਿਉਂਕਿ ਪੂਰਾ ਡੱਬਾ ਆਪਦੇ ਆਪ 'ਚ ਪੂਰਨ ਹੈ। ਇੱਕ ਪੈਨਸਿਲ ਆਪਣੇ ਆਪ ਦੇ ਵਿੱਚ ਕੀ ਹੈ? ਪੂਰਨ ਹੈ। ਤਾਂ ਉਹ ਹੁੰਦੀ ਹੈ ਪਿੰਨ, ਪੂਰਨ ਦਾ ਇੱਕ ਭਾਗ। ਆਪਾਂ ਇੱਕ ਜੇ ਪੈਨਸਿਲ ਦੀ ਗੱਲ ਕਰ ਰਹੇ ਹਾਂ, ਮੇਰੇ ਕੋਲ ਮਾਰਕਰ ਹੈ, ਮੈਂ ਮਾਰਕਰ ਦੀ ਗੱਲ ਕਰ ਰਿਹਾ। ਤਾਂ ਜਦੋਂ ਦੋਸਤੋ ਆਪਾਂ ਪੈਨਸਿਲ ਨੂੰ ਘੜਨਾ ਸ਼ੁਰੂ ਕਰਦੇ ਹਾਂ, ਆਹ ਪੈਨਸਿਲ ਦੀ ਆਪਣੇ ਕੋਲੇ ਲੰਬਾਈ ਹੈ, ਮੰਨ ਲਓ ਇਹ ਹੈਗੀ ਹੈ 10 ਸੈਂਟੀਮੀਟਰ ਉਦਾਹਰਨ ਦੇ ਤੌਰ ਤੇ। ਜਦੋਂ ਆਪਾਂ ਇਹਨੂੰ ਘੜਨਾ ਸ਼ੁਰੂ ਕਰਦੇ ਹਾਂ, ਹੌਲੀ ਹੌਲੀ ਘੜਦੇ ਘੜਦੇ ਆਪਣੇ ਕੋਲੇ ਇੰਨੀ ਕੁ ਪੈਨਸਿਲ ਬਚ ਜਾਂਦੀ ਹੈ। ਮੰਨ ਲਓ ਇੰਨੀ ਕੁ ਪੈਨਸਿਲ ਆਪਣੇ ਕੋਲੇ ਬਚ ਗਈ, ਤਾਂ ਕੁਝ ਕੁ ਹਿੱਸਾ ਪੈਨਸਿਲ ਦਾ ਬਚ ਗਿਆ। ਮੰਨ ਲਓ ਇੱਕ ਛੋਟੀ ਜਿਹੀ ਉਦਾਹਰਨ ਦੇ ਤੌਰ ਤੇ ਆਪਾਂ ਗੱਲ ਕਰਦੇ ਹਾਂ 6 ਸੈਂਟੀਮੀਟਰ ਹਿੱਸਾ ਬਚ ਗਿਆ। ਤਾਂ ਜਿਹੜਾ ਹਿੱਸਾ ਬਚਿਆ ਉਹ ਪੂਰੀ ਪੈਨਸਿਲ ਦਾ ਹਿੱਸਾ ਹੈ। ਤਾਂ ਇਹਨੂੰ ਆਪਾਂ ਪਿੰਨ ਦੇ ਰੂਪ 'ਚ ਲਿਖਾਂਗੇ 6/10। 6 ਸੈਂਟੀਮੀਟਰ ਬਚਿਆ 10 ਸੈਂਟੀਮੀਟਰ ਦੇ ਵਿੱਚੋਂ। ਇੱਕ ਆਪਾਂ ਚਪਾਤੀ ਦੀ, ਮੈਂ ਇੱਕ ਚਪਾਤੀ ਦੀ ਉਦਾਹਰਨ ਲੈ ਕੇ ਚੱਲਦਾ। ਸਭ ਤੋਂ ਵਧੀਆ ਉਦਾਹਰਨ ਹੈ ਚਪਾਤੀ ਦੀ, ਕਿਉਂਕਿ ਆਪਾਂ ਰੋਟੀ ਰੋਜ਼ ਖਾਂਦੇ ਹਾਂ। ਇੱਕ ਚਪਾਤੀ ਦੀਆਂ ਦੇਖੋ ਆਪਾਂ ਦੋਸਤੋ 8 ਹਿੱਸੇ ਕਰਤੇ, 8 ਬੁਰਕੀਆਂ ਕਰਤੀਆਂ, 8 ਬਾਈਟਸ ਕਰਤੀਆਂ। ਇੱਕ ਬਾਈਟ ਖਾ ਲਈ, 2 ਖਾ ਲੀਆਂ, 3 ਖਾ ਲੀਆਂ, 4 ਖਾ ਲੀਆਂ, 5 ਖਾ ਲੀਆਂ। ਤਾਂ ਫਿਰ ਆਪਾਂ ਅਸਲ 'ਚ ਕੀ ਕੀਤਾ? 8 ਵਿੱਚੋਂ 5 ਹਿੱਸੇ, 5 ਬਾਈਟਸ, 5 ਬੁਰਕੀਆਂ ਆਪਾਂ ਖਾ ਲੀਆਂ। ਤਾਂ ਕਿੰਨੀ ਪਿੰਨ ਖਾ ਲਈ ਆਪਾਂ? 5/8। ਆਪਾਂ ਜਨਮ ਦਿਨ ਮਨਾਉਂਦੇ ਹਾਂ, ਕੇਕ ਦੀ ਗੱਲ ਕਰਦੇ ਹਾਂ, ਹੈ ਨਾ, ਕੇਕ ਦੀ ਗੱਲ ਕਰਦੇ ਹਾਂ ਨਾ। ਤਾਂ ਕੇਕ ਦੇ ਆਪਾਂ ਬਰਾਬਰ ਹਿੱਸੇ, ਦੇਖੋ ਇਹਦਾ ਇੱਕ ਸਭ ਤੋਂ ਵੱਡੀ ਗੱਲ ਉਰੇ ਹਿੱਸੇ ਜਿਹੜੇ ਬਰਾਬਰ ਹੋਣੇ ਚਾਹੀਦੇ ਹੈ। ਆਪਾਂ ਕੇਕ ਦੇ 10 ਬਰਾਬਰ ਹਿੱਸੇ ਕਰਦੇ ਹਾਂ। 10 ਬਰਾਬਰ ਹਿੱਸਿਆਂ ਦੇ ਵਿੱਚੋਂ 3 ਹਿੱਸੇ ਮੰਮੀ ਡੈਡੀ ਨੂੰ ਦੇਤੇ, 2 ਹਿੱਸੇ ਛੋਟੇ ਭਰਾ ਨੂੰ ਦੇਤੇ, 1 ਹਿੱਸਾ ਛੋਟੀ ਭੈਣ ਨੂੰ ਦੇਤਾ, 2 ਹਿੱਸੇ ਵੱਡੇ ਭਰਾ ਨੂੰ ਦੇਤੇ, ਤੇ ਬਾਕੀ ਆਪਾਂ ਖਾ ਲਏ, ਹੈ ਨਾ। ਤਾਂ ਹੁਣ ਵੱਡੇ ਭਰਾ ਨੂੰ ਆਪਾਂ 2 ਹਿੱਸੇ ਦਿੱਤੇ ਸੀ, ਤਾਂ ਇਹਦਾ ਮਤਲਬ 10 ਦੇ ਵਿੱਚੋਂ ਆਪਾਂ 2 ਹਿੱਸੇ ਵੱਡੇ ਭਰਾ ਨੂੰ ਦੇਤੇ। ਤਾਂ ਉਹ ਪਿੰਨ ਕਿੰਨੀ ਹੋ ਗਈ? 2/10। ਮੰਮੀ ਡੈਡੀ ਨੂੰ ਆਪਾਂ 3 ਹਿੱਸੇ ਦਿੱਤੇ ਸੀ, 3/10। ਇਸ ਤਰੀਕੇ ਨਾਲ ਇਹਨੂੰ 2 ਹਿੱਸੇ ਦਿੱਤੇ ਸੀ, 2/10, 1/10। ਤਾਂ ਇਹ ਆਪਣੇ ਕੋਲੇ ਕੀ ਹੁੰਦੀ ਹੈ? ਪਿੰਨ ਹੁੰਦੀ ਹੈ। ਜਦੋਂ ਆਪਾਂ ਕਿਸੇ ਪੂਰਨ ਨੂੰ, ਹੁਣ ਪੂਰਨ ਉਹ ਇਕਾਈ ਵੀ ਹੋ ਸਕਦੀ ਹੈ, ਪੂਰਨ ਉਹ ਸਮੂਹ ਵੀ ਹੋ ਸਕਦਾ ਹੈ, ਨੂੰ ਆਪਾਂ ਇੱਕ ਬਰਾਬਰ ਹਿੱਸਿਆਂ 'ਚ ਵੰਡਦੇ ਹਾਂ। ਤਾਂ ਜਿੰਨੀ ਕੁ ਲੋੜ ਹੁੰਦੀ ਹੈ ਆਪਾਂ ਕਿਸੇ ਨੂੰ ਦਿੰਦੇ ਹਾਂ ਜਾਂ ਖੁਦ ਵਰਤਦੇ ਹਾਂ, ਉਹ ਕੀ ਹੁੰਦੀ ਹੈ? ਪਿੰਨ ਹੁੰਦੀ ਹੈ। ਤਾਂ ਜੋ ਪੂਰਨ ਹੈ, ਮੈਂ ਇੱਕੋ ਗੱਲ, ਇਹ ਇੱਕ ਇਕਾਈ ਵੀ ਹੋ ਸਕਦੀ ਹੈ, ਇਹ ਇੱਕ ਸਮੂਹ ਵੀ ਹੋ ਸਕਦਾ ਹੈ। ਇਸ ਦਾ ਕਿਵੇਂ ਕਰਾਂਗੇ? ਦੇਖੋ, ਇੱਕ ਚਪਾਤੀ ਲਈ ਆਪਣੇ ਨਾਲ ਆਪਣਾ ਛੋਟਾ ਭੈਣ ਭਾਈ ਰੋਟੀ ਖਾ ਰਿਹਾ। ਆਪਾਂ ਚਪਾਤੀ ਦੇ 8 ਹਿੱਸੇ ਕਰਤੇ, 8 ਬੁਰਕੀਆਂ ਕਰਤੀਆਂ, ਹੈ ਨਾ। ਇੱਕ ਬੁਰਕੀ ਉਸਨੇ ਖਾਧੀ, ਉਦਾਹਰਨ ਦੇ ਤੌਰ ਤੇ ਆਪਾਂ ਹੀ ਖਵਾਉਂਦੇ ਹੁੰਦੇ ਨਾ। ਇੱਕ ਬਾਈਟ ਆਪਾਂ ਲਈ, ਫਿਰ ਉਸਨੇ ਖਾਧੀ, ਫਿਰ ਆਪਾਂ ਲਈ, ਫਿਰ ਆਪਾਂ ਖਾਈ। ਮਤਲਬ ਇਸ ਤਰੀਕੇ ਨਾਲ ਆਪਾਂ ਇੱਕ ਚਪਾਤੀ ਨੂੰ ਆਪ ਖਾਇਆ ਤੇ ਆਪਣੇ ਛੋਟੇ ਭੈਣ ਭਾਈ ਨੂੰ ਖਵਾਇਆ। ਉਸ ਤੋਂ ਬਾਅਦ ਆਪਾਂ ਇੱਕ ਚਪਾਤੀ ਹੋਰ ਮੰਗਾਈ, ਜਿਹੜੀ ਮੈਂ ਸਮੂਹ ਦੀ ਗੱਲ ਕਰ ਰਿਹਾ ਹੁਣ ਇੱਥੇ।
फिर उस तरीके नाल एक आप खाई एक उस नूं खवाई। तो देखो इत्थे हुण आपां जो मान लो 2 चपातियां खा रहे हैं दोनों भैन भाई मिलकर, 3 चपातियां खा रहे हैं, 4 चपातियां खा रहे हैं, तो 4 चपाती एक समूह बन गया अपने कोले। तो जो पूरन है वो एक इकाई भी हो सकती है, एक मार्कर भी हो सकता है, एक चपाती भी हो सकती है, एक पेंसिल भी हो सकती है, एक रबड़ भी हो सकती है, एक किताब भी हो सकती है, एक कापी भी हो सकती है, ते पूरन एक समूह भी हो सकता है। एक पेंसिलों की डब्बी भी हो सकती है, तुसी 4 चपातियां खानियां 4 चपातियां भी हो सकदियां ने। तो यह हो गया पूरन का हिसाब। हुण जो भिन्न है, भिन्न दियां किस्मां ते आपां गल करदे हां। अपने कोले कई तरह दियां भिन्नां बारे आपां गल कर चुके हां। सब तो पहली भिन्न समहार भिन्न, लाइक फ्रैक्शंस। समहार नाम तो ही दस रही है, सम का मतलब हुंदा बराबर, तो ओह भिन्न जिसका हर की होवे बराबर होवे उन्होंने की बोलते हैं समहर। उदाहरण के तौर पर 2/3, 1/3, 5/3, 7/3, ये सारियां समहर है। 1/8, 5/8, 3/8, 7/8। इत्थे देखो सारे ने हर बराबर ने, ये समहर हो गए। अगर मैं डायग्राम बेस से चलना तो इत्थे देखो हर का मतलब होंगे ने हिस्से, कुल हिस्से। तो उरे आपां 8 हिस्से किते। तो समहर का मतलब अगर आप डायग्राम के हिसाब नाल चलांगे बराबर हिस्से होने चाहिए है। सीधी जी गल इत्थे है, बराबर हिस्से। पहले 8 दे विचों एक ते रंग करता, दूजे 8 दे विचों आपां 5 ते रंग करता, तीसरे दे विच 8 दे विच आपां 3 च रंग करता, चौथे दे विच 8 दे विचों आपां 7 हिस्सियां विच रंग करता। चारां दे विच इक्को ही खासियत है कि आप जो हिस्से की किते हुए ने बराबर, आप 8-8 हिस्से सारे ने किते हुए ने। तो जो हिस्से बराबर होंदे ने, हर बराबर होंदे ने, वो की होंदे ने अपने कोले समहर भिन्न, लाइक फ्रैक्शंस। उदू बाद बिखमहर, अनलाइक फ्रैक्शंस। तो बिखम नाम दस रहा है, अलग अलग हिंदी का शब्द है, अलग अलग। तो जिस दे जड़े हर ने वो की होन, अलग अलग होन, उसनूं बिखम हर। इत्थे आपां 8 हिस्से किते सी, इत्थे की हो सकता है, एक दे मैं 4 करते, एक दे आपां 6 करते, इत्थे मैं 3 करते। तो अपने कोल की बन गया, देखो हुण इहनूं देखिए 4 चों 1 रंगिया गया, 1/4। बराबर हिस्सों की गल करनी है दोस्तों, 6 चों 2 रंगे गए, 2/6, 3 विचों 1/3। तो इस तरीके दे नाल उरे हिस्से सारे अलग अलग ने। तो ये अपने कोले की होगी, बिखम हर हो गई, जिथे हर या जिहड़े बराबर हिस्से आप करते हैं वो की ने, अलग अलग ने। ते समहर होगी फिर बराबर हर वाला, ते बिखमहर हो गया अलग अलग। हुण जो सब तो इंपॉर्टेंट क्वेश्चन आप करते सी, बिखमहर नूं समहर विच बदलना, कन्वर्जन ऑफ अनलाइक फ्रैक्शन इनटू लाइक फ्रैक्शंस। किवें? क्योंकि आप जो क्वेश्चन हल करने हैं, आप जोड़ घटा करना है, तो आपां नूं बिखम नूं समहर दे विच बदलना पैना है। उदाहरण 1 2/3 है, 1/4 है। हुण दोहां दे जिहड़े हर ने वो अलग अलग ने, है ना। की ने फिर, मतलब भिन्नां किहड़ियां ने अपने कोले, ये बिखमहर ने। ते आपां इसदा की करना है, आपां इसनूं
ਸਮ ਹਰ ਵਿੱਚ ਬਦਲਣਾ ਹੈ ਤਾਂ ਇਸ ਦਾ ਜੋ ਤਰੀਕਾ ਹੁੰਦਾ ਹੈ ਹਰਾਂ ਦਾ ਲਘੁੱਤਮ। ਸਭ ਤੋਂ ਪਹਿਲਾ ਤੇ ਸਭ ਤੋਂ ਇੰਪੋਰਟੈਂਟ ਤਰੀਕਾ ਇਹ ਹੈ ਐਲਸੀਐਮ ਆਫ ਡਿਨੋਮੀਨੇਟਰਸ, ਜਿਸ ਦੀ ਆਪਾਂ ਗੱਲ ਕਰਨੀ ਹੈ। ਕੀ ਕਰਾਂਗੇ ਫਿਰ? ਹੁਣ ਆਪਣੇ ਕੋਲੇ ਉਰੇ 3 ਹੈ ਤੇ 4 ਹੈ, ਆਪਾਂ ਲਘੁੱਤਮ ਲਿਆ, 3 ਤੇ ਵੰਡਿਆ, 3 ਏਕਮ 3, 2 ਤੇ 2 ਦੂਣੀ 4, 2 ਤੇ ਇਹ ਨਹੀਂ ਵੰਡਿਆ ਜਾਂਦਾ ਐਵੇਂ, ਤਾਂ ਲਘੁੱਤਮ ਆ ਗਿਆ 3 ਗੁਣਾ 2 ਗੁਣਾ 2, 3 ਦੂਣੀ 6 ਦੂਣੀ 12। ਤਾਂ ਇਹਦਾ ਮਤਲਬ ਆਪਾਂ ਨੂੰ ਦੋਹਾਂ ਦੇ ਹਰਾਂ ਦੇ ਵਿੱਚ ਕਿੰਨਾ ਚਾਹੀਦਾ? ਹੁਣ 12 ਚਾਹੀਦਾ। ਤਾਂ ਫਿਰ ਕੀ ਕਰਾਂਗੇ? ਦੇਖੋ ਉਰੇ 3 ਹੈ, 3 ਦੀ ਕਿਹੜੇ ਪਹਾੜੇ ਨਾਲ ਗੁਣਾ ਕਰੀਏ 12 ਆਊਗਾ? 4 ਨਾਲ। ਤਾਂ 4 ਨਾਲ ਨੀਚੇ ਗੁਣਾ ਹੋਊਗੀ, 4 ਨਾਲ ਉੱਪਰ, 2 ਚੌਕੇ 8, 3 ਚੌਕੇ 12। ਅਗਲਾ ਹੈਗਾ 1/4। 4 ਦੀ ਕਿੰਨੇ ਨਾਲ ਗੁਣਾ ਕਰੀਏ? ਕਿਉਂਕਿ ਆਪਾਂ ਹਰ ਨੂੰ ਬਰਾਬਰ ਕਰਨਾ ਹੈ ਤਾਂ ਸਿਰਫ ਹਰ ਦੇਖਣਾ ਹੈ। 4 ਨੂੰ ਕਿੰਨੇ ਨਾਲ ਗੁਣਾ ਕਰੀਏ 12 ਆਊਗਾ? 3, 4 ਤੀਏ 12, 3 ਦੇ ਉੱਪਰ ਗੁਣਾ, ਤਾਂ 3 ਏਕਮ 3, 4 ਤੀਏ 12। ਆ ਦੇਖੋ ਜਿਹੜੇ ਹਰ ਹੋ ਗਏ ਇਹਨਾਂ ਦੇ ਕੀ ਹੋ ਗਏ? ਬਰਾਬਰ ਹੋ ਗਏ। ਹੋਰ ਉਦਾਹਰਨ ਲੈ ਕੇ ਚੱਲਦੇ ਹਾਂ ਆਪਾਂ। 3/4 5/6। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਇਹਨਾਂ ਦੋਹਾਂ ਦਾ ਲਘੁੱਤਮ ਲਵਾਂਗੇ। 2 ਦੇ ਪਹਾੜੇ ਤੇ 2 ਦੂਣੀ 4, 2 ਤੀਏ 6, 2 ਤੇ 2 ਏਕਮ 2, ਇਹ ਨਹੀਂ ਵੰਡਿਆ ਜਾਂਦਾ, 3 ਤੇ ਇਹ ਨਹੀਂ ਵੰਡਿਆ ਜਾਂਦਾ, ਇਹ ਵੰਡਿਆ ਗਿਆ, ਤਾਂ ਲਘੁੱਤਮ ਹੋ ਗਿਆ 2 ਗੁਣਾ 2 ਗੁਣਾ 3, 2 ਦੂਣੀ 4, 4 ਤੀਏ 12। ਤਾਂ ਇਹਦਾ ਮਤਲਬ ਆਪਾਂ ਨੂੰ ਦੋਹਾਂ ਦੇ ਜੋ ਹਰ ਚਾਹੀਦੇ ਨੇ ਉਹ ਕੀ ਚਾਹੀਦੇ ਨੇ ਦੋਸਤੋ? 12 ਚਾਹੀਦੇ ਆ। ਉਰੇ 4 ਹੈ, ਉਰੇ 12 ਹੈ। 4 ਦੀ ਕਿਹੜੇ ਪਹਾੜੇ ਨਾਲ ਗੁਣਾ ਕਰੀਏ ਕਿ 12 ਆਊਗਾ? 3 ਨਾਲ, 4 ਤੀਏ 12। ਤੇ ਜੇ ਆਪਾਂ ਨੀਚੇ ਗੁਣਾ ਕਰਨੀ ਆ ਆਪਾਂ ਨੂੰ ਉੱਪਰ ਵੀ ਗੁਣਾ ਕਰਨੀ ਪਊ, 3 9, 4 ਤੀਏ 12। ਅਗਲਾ ਆ ਗਿਆ 5/6। 6 ਦੀ ਕਿਹੜੇ ਪਹਾੜੇ ਨਾਲ ਗੁਣਾ ਕਰੀਏ ਕਿ 12 ਆਊਗਾ? 2 ਨਾਲ, 6 ਦੂਣੀ 12 ਤੇ ਉੱਪਰ ਵੀ 2 ਨਾਲ ਗੁਣਾ ਹੋ ਗਈ, 5 ਦੂਣੀ 10, 6 ਦੂਣੀ 12। ਇਹ ਹੋ ਗਿਆ ਆਪਣੇ ਕੋਲੇ ਬਿਖਮਹਾਰ ਦੇ ਕੁਐਸਚਨਸ। ਮੈਂ ਇੱਕ ਉਦਾਹਰਨ ਹੋਰ ਲੈ ਲੈਣਾ ਤਾਂ ਕਿ ਬਿਖਮਹਾਰ ਨੂੰ ਸਮਹਾਰ 'ਚ ਕਿਵੇਂ ਬਦਲਣਾ ਇਹ ਬਹੁਤ, ਕਿਉਂਕਿ ਜਦੋਂ ਆਪਾਂ ਜੋੜ ਘਟਾ ਦੀ ਗੱਲ ਕਰਦੇ ਹਾਂ ਇਹ ਬੜੀ ਇੰਪੋਰਟੈਂਟ ਚੀਜ਼ ਆਉਂਦੀ ਹੈ। 7/10 11/15। ਮੈਂ ਇੱਕ ਉਦਾਹਰਨ ਹੋਰ ਲੈ ਰਿਹਾ। ਹੁਣ ਇੱਥੇ ਹਰ ਕਿੰਨੇ ਆ ਗਏ? ਕਿਹੜੇ ਕਿਹੜੇ? 10 ਤੇ 15। ਤਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ? ਦੋਹਾਂ ਦਾ ਲਘੁੱਤਮ। 5 ਦੇ ਪਹਾੜੇ ਤੇ ਵੰਡੇ ਗਏ, 5 ਦੂਣੀ 10, 5 ਤੀਏ 15, 2 ਤੇ 2 ਏਕਮ 2, ਆ ਨਹੀਂ ਵੰਡਿਆ ਜਾਂਦਾ, 3 ਤੇ ਆ ਨਹੀਂ ਵੰਡਿਆ ਜਾਂਦਾ, 3 ਏਕਮ 3। ਤਾਂ ਜੋ ਲਘੁੱਤਮ ਸਮਾਪਵਰਤਕ ਹੈ 5 ਗੁਣਾ 2 ਗੁਣਾ 3, 5 ਦੂਣੀ 10, 10 ਤੀਆ 30। ਤਾਂ ਫਿਰ ਇਹਦਾ ਮਤਲਬ ਆਪਾਂ ਨੂੰ ਹਰ ਦੇ ਵਿੱਚ ਕੀ ਚਾਹੀਦਾ? 30 ਚਾਹੀਦਾ ਹੈ। 7/10। 10 ਦੀ ਕਿੰਨੇ ਨਾਲ ਗੁਣਾ ਕਰੀਏ ਕਿ 30 ਆ ਜੇ? 3 ਨਾਲ, ਤਾਂ 3 ਨਾਲ ਹੀ ਆਪਾਂ ਉੱਪਰ ਗੁਣਾ ਕਰਾਂਗੇ। ਤਾਂ ਆਪਣੇ ਕੋਲ ਕੀ ਆ ਗਿਆ? 7 ਤੀਆ 21, 10 ਤੀਆ 30, 11/15। 15 ਦੀ ਕਿੰਨੇ ਨਾਲ ਗੁਣਾ ਕਰੀਏ? 30 ਆ ਗਿਆ, 2 ਨਾਲ, ਤਾਂ 2 ਨਾਲ ਹੀ ਆਪਾਂ ਉੱਪਰ ਗੁਣਾ ਕਰ ਦਾਂਗੇ, 11 ਦੂਣੀ 22, 15 ਦੂਣੀ 30। ਤਾਂ ਦੋਸਤੋ ਇਹ ਹੋ ਗਿਆ ਦੇਖੋ ਆਪਣੇ ਕੋਲੇ ਸਮਹਰ, ਹਰ ਨੂੰ ਬਦਲਣਾ। ਤੇ ਜਦੋਂ ਆਪਾਂ ਜੋੜ ਘਟਾ ਦੇ ਕੁਐਸਚਨ ਕਰਦੇ ਹਾਂ, ਆਪਾਂ ਇੱਕ ਦੋ ਉਦਾਹਰਨਾਂ ਵੀ ਲੈ ਕੇ ਚੱਲਦੇ ਹਾਂ, ਤਾਂ ਆਪਾਂ ਇਸ ਨੂੰ ਹੱਲ ਕਰਦੇ ਹਾਂ। ਦੇਖੋ ਕਿਵੇਂ। ਹੁਣ ਮੈਂ ਅਗਲੇ ਟੌਪਿਕ ਤੇ ਆ ਰਿਹਾ ਇਸ ਦੇ, ਕਿਉਂਕਿ ਮੈਂ ਇਸੇ ਨੂੰ ਅੱਗੇ ਕੰਟੀਨਿਊ ਕਰਦੇ ਕਰਦੇ ਆਪਾਂ ਜੋ ਗੱਲ ਕਰਾਂਗੇ ਭਿੰਨਾਂ ਦੀਆਂ ਕਿਸਮਾਂ ਦੀ, ਕਿਉਂਕਿ ਜੋੜ ਘਟਾ ਉਸ ਤੋਂ ਬਾਅਦ ਇਕੱਠਾ ਗੱਲ ਕਰਾਂਗੇ। 2 ਕਿਸਮਾਂ ਹੋਰ ਨੇ ਆਪਣੇ ਕੋਲੇ। ਉਚਿਤ ਭਿੰਨ, ਪ੍ਰੋਪਰ ਫ੍ਰੈਕਸ਼ਨ। ਉਚਿਤ ਭਿੰਨ ਕੀ ਹੁੰਦੀ ਹੈ? ਆਪਾਂ ਪਹਿਲਾਂ ਡਾਇਗਰਾਮ ਬਣਾਉਂਦੇ ਹਾਂ। ਇੱਕ ਆ ਬਣਾਈ, ਇੱਕ ਆ ਬਣਾਈ ਦੀਆਂ, ਇੱਕ ਟ੍ਰਾਇੰਗਲ ਆ ਬਣਾ ਲਈ, ਇੱਕ ਦੋਸਤੋ ਮੈਂ ਆ ਬਣਾਈ। ਤਾਂ ਮੈਂ ਇੱਥੇ ਤੁਹਾਡੇ ਸਾਹਮਣੇ 4 ਸ਼ਕਲਾਂ ਬਣਾਈਆਂ ਨੇ। ਤਾਂ ਉਚਿਤ ਭਿੰਨ ਅਸਲ 'ਚ ਕੀ ਹੁੰਦੀਆਂ ਨੇ? ਆਹ ਰੰਗ ਕਰਤਾ, ਇਹ ਕਰਤਾ, ਇਹਨੂੰ ਕਰਤਾ, ਇਹਨੂੰ ਕਰਤਾ, ਇਹਨੂੰ ਕਰਤਾ, ਆਹ ਕਰਤਾ,
ਇਹ ਹੋ ਗਏ, ਇਹ ਹੋ ਗਏ। ਤਾਂ ਉਚਿਤ ਭਿੰਨ ਅਕੋਰਡਿੰਗ ਟੂ ਡਾਇਗਰਾਮ ਕੀ ਕਹਿੰਦੀ ਹੈ? ਸਿੰਪਲ ਗੱਲ ਜੀ, ਘੱਟੋ ਘੱਟ ਇੱਕ ਹਿੱਸਾ, ਜੇ ਮੈਂ ਰੰਗ ਦੇ ਹਿਸਾਬ ਨਾਲ ਗੱਲ ਕਰਾਂ ਤਾਂ ਇੱਕ ਹਿੱਸਾ ਬਿਨਾਂ ਰੰਗ ਤੋਂ ਚਾਹੀਦਾ ਹੈ। ਤਾਂ ਫਿਰ ਇਹਦਾ ਮਤਲਬ ਕੀ ਹੋਇਆ? ਅਗਰ ਮੈਂ ਇਹਦੀ ਭਿੰਨ ਲਿਖੂੰਗਾ, ਇਹ ਹੋ ਗਿਆ 1/6, 6 ਵਿੱਚੋਂ 1, 4 ਵਿੱਚੋਂ ਸੌਰੀ 5/6 ਰੰਗ ਦੀ ਜੇ ਆਪਾਂ ਗੱਲ ਕਰੀਏ, ਇੱਥੇ ਕਿੰਨੇ ਰੰਗੇ ਗਏ? 1, ਇੱਥੇ ਕਿੰਨੇ ਰੰਗੇ ਗਏ? 2, 4 ਚੋਂ, ਇੱਥੇ ਕਿੰਨੇ ਰੰਗੇ ਗਏ? 5, 8 ਚੋਂ। ਤਾਂ ਫਿਰ ਇਹਦਾ ਮਤਲਬ ਕੀ ਹੁੰਦਾ ਹੈ? ਜੋ ਅੰਸ਼ ਹੈ ਉਹ ਹਰ ਤੋਂ ਛੋਟਾ ਚਾਹੀਦਾ ਹੈ। ਅੰਸ਼ ਲੈਸ ਦੈਨ ਹਰ, ਅੰਸ਼ ਹਰ ਤੋਂ ਛੋਟਾ ਹੁੰਦਾ ਹੈ, ਤਾਂ ਹੀ ਇੱਕ ਹਿੱਸਾ ਕੀ ਰਹੂਗਾ? ਕਿਉਂਕਿ ਆਪਾਂ ਉਹਦੇ ਰੰਗੀਨ ਦੀ ਗੱਲ ਕਰਦੇ ਹਾਂ। ਦੇਖੋ ਭਿੰਨ ਤੇ ਆਪਾਂ ਬਿਨਾਂ ਰੰਗ ਤੋਂ ਵੀ ਗੱਲ ਕਰ ਸਕਦੇ ਹਾਂ, ਰੰਗ ਤੋਂ ਵੀ ਗੱਲ ਕਰ ਸਕਦੇ ਹਾਂ, ਤੇ ਮੈਂ ਜਿਹੜੀ ਇੱਥੇ ਗੱਲ ਕਰ ਰਿਹਾ ਸਿਰਫ ਰੰਗੀਨ ਹਿੱਸੇ ਦੀ ਗੱਲ ਕਰ ਰਿਹਾ। ਤਾਂ ਫਿਰ ਇਹਦਾ ਮਤਲਬ ਦੋਸਤੋ ਕੀ ਹੋਇਆ? ਜਦੋਂ ਅੰਸ਼ ਹਰ ਤੋਂ ਛੋਟਾ ਹੈ ਉਹ ਕਿਹੜੀ ਭਿੰਨ ਹੁੰਦੀ ਹੈ? ਉਚਿਤ। ਜਿਵੇਂ 5/6, 3/11, 7/8, 4/9, 7/10। ਇਹਨਾਂ ਸਾਰੀਆਂ ਦੇਖੋ ਜੋ ਅੰਸ਼ ਹੈ, ਉੱਪਰਲਾ ਹਿੱਸਾ ਹੈ, ਨਿਚਲੇ ਹਿੱਸੇ ਤੋਂ ਕੀ ਹੈ? ਛੋਟਾ ਹੈ। ਤਾਂ ਇਹ ਕਿਹੜੀ ਭਿੰਨ ਹੁੰਦੀ ਹੈ? ਉਚਿਤ ਭਿੰਨ ਹੁੰਦੀ ਹੈ, ਜਿੱਥੇ ਇੱਕ ਖਾਨਾ ਬਿਨਾਂ ਰੰਗ ਤੋਂ ਹੋਵੇ, ਜੇ ਆਪਾਂ ਰੰਗੀਨ ਦੀ ਗੱਲ ਕਰਨੀ ਹੈ, ਖਾਲੀ ਹੋਵੇ। ਤੇ ਅਗਲੀ ਗੱਲ ਆ ਗਈ ਆਪਣੀ ਅਨੁਚਿਤ ਭਿੰਨ। ਅਨੁਚਿਤ ਭਿੰਨ, ਇੰਪ੍ਰੋਪਰ ਫ੍ਰੈਕਸ਼ਨ। ਹੁਣ ਇਹ ਕਿਹੜੀ ਹੁੰਦੀ ਹੈ? ਇੱਥੇ ਆਪਾਂ ਕੀ ਗੱਲ ਕੀਤੀ ਸੀ? ਅੰਸ਼ ਹਰ ਤੋਂ ਛੋਟਾ ਹੈ, ਤੇ ਇੱਥੇ ਅੰਸ਼ ਹਰ ਦੇ ਬਰਾਬਰ ਹੈ, ਨੰਬਰ 1, ਜਾਂ ਅੰਸ਼ ਹਰ ਤੋਂ ਕੀ ਹੋਣਾ ਚਾਹੀਦਾ ਹੈ? ਵੱਡਾ। ਤਾਂ ਇੱਥੇ ਗੱਲ ਕਰਦੇ ਆ ਇਹ ਇੱਕ ਪੂਰੀ ਇਕਾਈ ਤੇ ਸਮੂਹ ਦੀ। ਦੇਖੋ ਉੱਥੇ ਤਾਂ ਹੋ ਗਿਆ। ਅਗਰ ਮੈਂ ਪ੍ਰੋਪਰ ਫ੍ਰੈਕਸ਼ਨ ਦੀ ਗੱਲ ਕਰਾਂ, ਉਚਿਤ ਭਿੰਨ ਦੀ ਗੱਲ ਕਰਾਂ, ਆਪਾਂ ਸਮੂਹ ਵਰਡ ਦੀ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ, ਪੂਰਨ ਦੀ ਗੱਲ ਕੀਤੀ ਸੀ। ਪੂਰਨ ਜੋ ਭਿੰਨ ਹੈ, ਪੂਰਨ ਦਾ ਹਿੱਸਾ ਹੈ ਨਾ। ਤੇ ਪੂਰਨ ਦੀ ਆਪਾਂ ਦੋ ਗੱਲਾਂ ਕੀਤੀਆਂ ਸੀ, ਉਹ ਇੱਕ ਇਕਾਈ ਵੀ ਹੋ ਸਕਦੀ ਹੈ, ਉਹ ਪੂਰਾ ਸਮੂਹ ਵੀ ਹੋ ਸਕਦਾ ਹੈ। ਤਾਂ ਜਿਹੜੀ ਉਚਿਤਤਾ ਚੱਲਦੀ ਹੈ ਇਕਾਈ ਦੇ ਹਿੱਸੇ ਦੇ ਹਿਸਾਬ ਨਾਲ ਚੱਲਦੀ ਹੈ। ਜਿਹੜਾ ਇੰਪ੍ਰੋਪਰ ਹੈ, ਇਹਦੇ ਵਿੱਚ ਜਦੋਂ ਆ ਬਰਾਬਰ ਆ ਗਏ ਦੋਸਤੋ, ਤਾਂ ਇਹਦਾ ਮਤਲਬ ਕੀ ਹੋ ਗਿਆ? ਪੂਰਾ, ਸਾਰੇ ਦਾ ਸਾਰਾ ਰੰਗਿਆ ਗਿਆ। ਅਗਰ ਇੱਕ ਚਪਾਤੀ ਦੀਆਂ ਆਪਾਂ 8 ਹਿੱਸੇ ਕੀਤੇ ਸੀ, 8 ਦੇ 8 ਆਪਾਂ ਖਾ ਲਏ, ਆਪਾਂ ਉਸ ਦੇ ਵਿੱਚੋਂ ਕੋਈ ਵੀ ਹਿੱਸਾ ਕਿਸੇ ਨੂੰ ਨਹੀਂ ਦਿੱਤਾ। ਅੱਠੋਂ ਦੇ 8 ਹਿੱਸੇ ਕੀ ਕਰ ਲਏ? ਆਪਾਂ ਖਾ ਲਏ। ਇੱਕ ਤਾਂ ਇਹ ਹਿੱਸਾ ਹੋ ਗਿਆ ਇਹਦੇ ਹਿਸਾਬ ਨਾਲ ਕਿ ਅੰਸ਼ ਬਰਾਬਰ ਹੈ ਹਰ ਦੇ। ਹੁਣ ਅੰਸ਼ ਵੱਡਾ ਹੈ ਹਰ ਦੇ, ਤਾਂ ਇਹਦਾ ਮਤਲਬ ਜਦੋਂ ਆਪਾਂ ਸਮੂਹ ਦੀ ਗੱਲ ਕਰਦੇ ਹਾਂ, ਮੈਂ 2 ਚਪਾਤੀਆਂ ਦੀ ਗੱਲ ਕਰ ਰਿਹਾ, ਕੀ ਹੋਇਆ? ਮੈਂ ਇੱਕ ਚਪਾਤੀ ਦੇ 8 ਹਿੱਸੇ ਕੀਤੇ, 8 ਬਾਈਟਸ, 8 ਬੁਰਕੀਆਂ ਆਪਾਂ ਖਾ ਲੀਆਂ। ਮੈਨੂੰ ਹੋਰ ਭੁੱਖ ਲੱਗੀ, ਆਪਾਂ ਇੱਕ ਚਪਾਤੀ ਹੋਰ ਲਈ, ਸੇਮ ਉਹਦੇ ਆਪਾਂ 8 ਹਿੱਸੇ ਕੀਤੇ, ਤੇ ਉਸ ਦੀਆਂ ਮੈਨੇ 3 ਬਾਈਟ ਹੋਰ ਖਾ ਲਏ। 3 ਬਾਈਟਸ ਮੈਂ ਹੋਰ ਖਾ ਲੀਆਂ, 3 ਬੁਰਕੀਆਂ ਹੋਰ ਖਾ ਲੀਆਂ। ਇਹ ਹੁੰਦੀ ਆ ਅਨੁਚਿਤ ਭਿੰਨ। ਤਾਂ ਮੈਂ ਕੀ ਕੀਤਾ ਇੱਥੇ? 8 ਹਿੱਸੇ ਤਾਂ ਇਹਦੇ ਖਾ ਲਏ, ਦੇਖੋ 3 ਹਿੱਸੇ ਇਹਦੇ ਖਾ ਲਏ, ਤੇ 8 ਤੇ 3 11। ਤਾਂ ਦੋਸਤੋ ਕੁੱਲ ਹਿੱਸੇ ਆਪਾਂ ਕਿੰਨੇ ਖਾ ਲਏ? 11/8। ਤੇ ਅੱਗੇ ਇੱਕ ਕੇਕ ਦੀ ਗੱਲ ਕਰ ਰਿਹਾ। ਕੇਕ ਦੇ 6 ਹਿੱਸੇ ਕੀਤੇ ਗਏ, ਹੈ ਨਾ। 6 ਦੇ 6 ਹਿੱਸੇ ਵੰਡੇ ਗਏ, 11 ਦੋਸਤਾਂ 'ਚ, ਪਰਿਵਾਰ 'ਚ ਵੰਡੇ ਗਏ। ਇੱਕ ਕੇਕ ਦੇ ਮੈਂ 6 ਹਿੱਸੇ ਹੋਰ ਕੀਤੇ, ਉਸੇ ਨਾਲ ਦਾ ਇੱਕ ਕੇਕ ਹੋਰ ਮੰਗਾਇਆ ਆਪਾਂ। ਉਹਦੇ 5 ਹਿੱਸੇ ਵੰਡੇ ਗਏ। ਤਾਂ ਦੇਖੋ ਟੋਟਲ ਆਪਾਂ ਹਿੱਸੇ ਕਿੰਨੇ ਕੀਤੇ ਸੀ? ਕੁੱਲ 6 ਕੀਤੇ ਸੀ ਨਾ। ਕਿੰਨੇ ਆਪਾਂ ਵੰਡਤੇ? 11। ਤਾਂ ਇਹਦਾ ਮਤਲਬ 11/6। 6 ਹਿੱਸੇ ਕੀਤੇ ਆਪਾਂ, ਕਿੰਨੇ ਵੰਡਤੇ? 11। ਤਾਂ ਇਹ ਹੁੰਦੀ ਆ ਦੋਸਤੋ ਅਨੁਚਿਤ ਭਿੰਨ, ਜਿੱਥੇ ਸਾਰੇ ਦੇ ਸਾਰੇ ਹਿੱਸੇ ਖਾਧੇ ਗਏ, 5/5, 8/8,
9/9 7/7 जो भी लिख सकते हैं। या ਆਪਾਂ ਨੂੰ ਭੁੱਖ ਲੱਗੀ ਆਪਾਂ ਹੋਰ ਲਿਆਏ ਆਪਾਂ ਹੋਰ ਹਿੱਸੇ ਕੀਤੇ ਜਦੋਂ ਅੰਸ਼ ਕੀ ਆ ਗਿਆ ਵੱਡਾ ਆ ਗਿਆ ਉਹ ਕਿਸੇ ਵੀ ਤਰੀਕੇ ਨਾਲ ਦੇਖੋ ਤੇ ਇੱਥੇ ਇਹਨਾਂ ਸਾਰੇ ਕੇਸਿਸ ਦੇ ਵਿੱਚ ਜੋ ਅੰਸ਼ ਹੈ ਜਾਂ ਤਾਂ ਹਰ ਦੇ ਬਰਾਬਰ ਹੈ ਜਾਂ ਹਰ ਤੋਂ ਛੋਟਾ ਹੈ। ਹੁਣ ਜਿਹੜੀ ਮੇਨ ਗੱਲ ਆ ਗਈ ਇੱਕ ਤੀਸਰੀ ਤਰ੍ਹਾਂ ਦੀ ਪਿੰਨ ਦੋਸਤੋ ਹੋਰ ਵੀ ਹੈ ਇਹਨੂੰ ਮੈਂ ਇੱਥੇ ਛੱਡ ਰਿਹਾ ਇਹਨੂੰ ਪ੍ਰੋਪਰ ਸਮਝਾਉਣ ਦੇ ਲਈ। ਮਿਸ਼ਰਤ ਪਿੰਨ ਮਿਕਸਡ ਫ੍ਰੈਕਸ਼ਨ ਕੀ ਹੁੰਦੀ ਹੈ ਆਪਾਂ ਇੱਥੇ ਗੱਲ ਕੀਤੀ ਦੇਖੋ ਆ ਇੱਕ ਉਦਾਹਰਨ ਤੁਹਾਡੇ ਸਾਹਮਣੇ ਲਿੱਤੀ ਪਈ ਹੈ ਆਪਾਂ ਇੱਥੇ ਚਪਾਤੀ ਦੀ ਗੱਲ ਕੀਤੀ ਸੀ। ਹੁਣ ਇੱਥੇ ਕੀ ਹੋਇਆ ਅਗਰ ਮੈਂ ਪਿੰਨ ਦੇ ਅਕੋਰਡਿੰਗ ਗੱਲ ਕਰਾਂ ਤਾਂ ਆਪਾਂ ਟੋਟਲ 11 ਹਿੱਸੇ ਖਾਦੇ ਗਏ ਆਪਾਂ 8 ਹਿੱਸੇ ਕੀਤੇ ਸੀ ਹੈ ਨਾ। ਤਾਂ ਮਿਸ਼ਰਤ ਪਿੰਨ ਕੀ ਕਹਿੰਦੀ ਹੈ ਜਿਸ ਵਿੱਚ ਪੂਰਨ ਅਤੇ ਉਚਿਤ ਪਿੰਨ ਹੋਵੇ। ਪੂਰਨ ਆ ਰੋਟੀ ਮੈਂ ਪੂਰੀ ਖਾ ਲਈ ਕਿੰਨੀਆਂ ਰੋਟੀਆਂ ਨੇ ਇਹ ਇੱਕ ਚਪਾਤੀ ਹੈ ਇੱਕ ਚਪਾਤੀ ਪੂਰੀ ਦੀ ਪੂਰੀ ਖਾਧੀ ਗਈ ਇੱਥੇ ਹੈ ਨਾ। ਇੱਕ ਚਪਾਤੀ ਹੋਰ ਲਈ ਉਸ ਦੇ 8 ਹਿੱਸੇ ਕੀਤੇ ਸੀ 3 ਆਪਾਂ ਖਾ ਲਏ ਉਚਿਤ ਪਿੰਨ ਹੋ ਗਈ ਠੀਕ। ਤਾਂ ਇਹ ਹੁੰਦਾ ਪਲੱਸ ਇਹ ਐਜ਼ ਇਟ ਇਜ਼ ਲਿਖਿਆ ਜਾਂਦਾ ਹੈ। ਤਾਂ ਇਹ ਹੁੰਦੀ ਆ ਦੋਸਤੋ ਮਿਸ਼ਰਤ ਪਿੰਨ। ਮੈਂ ਇੱਥੇ ਗੱਲ ਕਰਦਾ ਦੇਖੋ ਇੱਥੇ ਆਪਾਂ 11/6 ਕੀਤਾ ਸੀ ਪਰ ਕੇਕ ਦਾ ਪੂਰਾ ਇੱਕ ਹਿੱਸਾ ਆਪਾਂ ਖਾ ਲਿਆ ਦੂਜੇ ਹਿੱਸੇ 'ਚ 6 ਕੀਤੇ ਸੀ 5 ਆਪਾਂ ਖਾ ਲਏ ਤਾਂ ਇਹਦਾ ਮਤਲਬ ਇਹ ਹੋ ਗਿਆ ਇੱਕ ਸਹੀ 5/6। ਹੋਰ ਉਦਾਹਰਨ ਤੇ ਲੈ ਰਿਹਾ ਮੈਂ ਥੋੜਾ ਜਿਹਾ ਹੋਰ ਕਲੈਰੀਫਾਈ ਕਰਨ ਦੇ ਲਈ। ਆ ਲਈ ਇੱਕ 4 ਹਿੱਸੇ ਇੱਥੇ ਕੀਤੇ ਹੈ 4 ਹਿੱਸੇ ਇੱਥੇ ਕੀਤੇ ਹੈ 4 ਹਿੱਸੇ ਆਪਾਂ ਇੱਥੇ ਕੀਤੇ ਹੈ। ਇਹ ਪੂਰੇ ਦਾ ਪੂਰਾ ਵਰਤਿਆ ਗਿਆ ਇਹ ਪੂਰੇ ਦਾ ਪੂਰਾ ਵਰਤਿਆ ਗਿਆ ਇਹ ਪੂਰੇ ਦਾ ਪੂਰਾ ਵਰਤਿਆ ਗਿਆ ਇੱਕ ਵਰਤਿਆ ਗਿਆ। ਤਾਂ ਸਭ ਤੋਂ ਪਹਿਲਾਂ ਜੇ ਤਾਂ ਮੈਂ ਗੱਲ ਕਰੂੰਗਾ ਅਨੁਚਿਤ ਪਿੰਨ ਦੀ ਅਨੁਚਿਤ ਪਿੰਨ ਦੇ ਹਿਸਾਬ ਨਾਲ ਆਪਾਂ ਹਰੇਕ ਦੇ ਕਿੰਨੇ ਕਿੰਨੇ ਹਿੱਸੇ ਕੀਤੇ ਸੀ 4 ਕਿੰਨੇ ਵਰਤੇ ਗਏ 4 ਇੱਥੇ ਵਰਤੇ ਗਏ 4 ਇੱਥੇ ਵਰਤੇ ਗਏ 8 4 ਇੱਥੇ ਵਰਤੇ ਗਏ 12 1 ਇੱਥੇ ਵਰਤਿਆ ਗਿਆ ਆ ਤਾਂ ਹੋ ਗਈ ਅਨੁਚਿਤ ਪਿੰਨ 13/4। ਪਰ ਜਦੋਂ ਆਪਾਂ ਦੋਸਤੋ ਇਹਦੀ ਮਿਸ਼ਰਤ ਪਿੰਨ ਦੀ ਗੱਲ ਕਰਦੇ ਹਾਂ ਪੂਰਨ ਹਿੱਸਾ ਕਿੰਨੇ ਪੂਰੇ ਵਰਤੇ ਗਏ 3 ਪੂਰੇ ਵਰਤੇ ਗਏ ਹੈ ਨਾ। ਤੇ ਜਿਹੜਾ ਚੌਥਾ ਹਿੱਸਾ ਹੈ ਉਹ 4 ਦੇ ਵਿੱਚੋਂ ਕਿੰਨਾ ਵਰਤਿਆ ਗਿਆ 1 ਤਾਂ ਇਹ ਹੋ ਗਈ ਮਿਸ਼ਰਤ ਪਿੰਨ। ਤਾਂ ਹੁਣ ਸਵਾਲ ਇਹ ਉੱਠਦਾ ਇੱਥੇ ਤਾਂ ਆਪਾਂ ਡਾਇਗਰਾਮ ਬਣਾ ਕੇ ਲਿਖ ਲਿਆ ਪਰ ਅਗਰ ਕੋਈ ਡਾਇਰੈਕਟ ਕੁਐਸਚਨ ਆ ਗਿਆ ਅਨੁਚਿਤ ਨੂੰ ਮਿਸ਼ਰਤ 'ਚ ਕਿਵੇਂ ਬਦਲਣਾ ਹੈ ਤੇ ਮਿਸ਼ਰਤ ਨੂੰ ਅਨੁਚਿਤ 'ਚ ਕਿਵੇਂ ਬਦਲੀਏ ਹੁਣ ਆਪਾਂ ਉਸ ਤੇ ਗੱਲ ਕਰਦੇ ਹਾਂ। ਅਨੁਚਿਤ ਪਿੰਨ ਨੂੰ ਮਿਸ਼ਰਤ ਪਿੰਨ ਵਿੱਚ ਬਦਲਣਾ ਕਿਵੇਂ ਕਰਾਂਗੇ ਉਦਾਹਰਨ 17/5 ਇੱਕ ਤਰੀਕਾ ਤਾਂ ਕੀ ਹੈ ਆਪਾਂ 5 ਹਿੱਸੇ ਕਰ ਦੋ 5 ਤੇ 5 10 ਤੇ 5 15 ਤੇ 2 17 ਜਿੰਨਾ ਹਰ ਹੈ ਮੈਂ ਉਦਾਹਰਨ ਹੋਰ ਲੈ ਰਿਹਾ 27/8 8 ਤੇ 8 ਹਰ ਦੇ ਹਿਸਾਬ ਨਾਲ 16 ਤੇ 8 24 ਤੇ 3 27 ਆ ਗਿਆ। ਅਲੱਗ-ਅਲੱਗ ਕਰ ਦੋ 5/5 5/5 5/5 2/5 ਠੀਕ ਹੈ। ਇਹਨੂੰ ਹੱਲ ਕੀਤਾ ਇੱਕ ਕਿਉਂਕਿ ਆ ਪੂਰਨ ਹਿੱਸੇ ਆ ਗਏ ਤੇ ਕਿੰਨੇ ਹਿੱਸੇ ਪੂਰਨ ਆ ਗਏ ਦੋਸਤੋ 3 ਉਹਨੇ ਕਿੰਨਾ ਬਚ ਗਿਆ 2/5। ਤੁਸੀਂ ਇੱਥੋਂ ਵੀ ਦੇਖ ਸਕਦੇ ਹੋ 3 ਹਿੱਸੇ ਪੂਰੇ 2/5 ਸੇਮ ਇੱਥੇ 8/8 8/8 8/8 ਪਲੱਸ 3/8 3 ਹਿੱਸੇ ਪੂਰੇ ਪਿੱਛੇ ਬਚ ਗਿਆ। ਇੱਕ ਤਾਂ ਇਹ ਤਰੀਕਾ ਹੋ ਗਿਆ ਸਿੱਧਾ ਇਹਨੂੰ ਆਪਾਂ ਕੱਲੇ ਹਿੱਸੇ 'ਚ ਤੋੜਿਆ ਲੇਕਿਨ ਆਪਾਂ ਜੋ ਗੱਲ ਕਰਨੀ ਆ ਆਪਾਂ ਇਹਦੀ ਵੰਡ ਵਿਧੀ ਦੀ ਗੱਲ ਕਰਾਂਗੇ ਉਹਨੂੰ ਉਹਦੇ ਨਾਲ ਵੰਡੋ 17 ਨੂੰ 5 ਨਾਲ ਵੰਡਿਆ 5 ਤੀਏ 15
2 है ना। हुण ये की हुंदा दोस्तों, भाजक, यह की हुंदा भाजफल, ते ये की हुंदा अपने कोले बाकी, है ना। यही हुंदे आ ना अपने कोले भागफल। ठीक है, हुण इधर देखो कंपैरिजन करो, इत्थे तो आ गया भागफल, जिथे 3 है 3 असल च भागफल है अपने कोले, 2 की है बाकी है, आ की है भाजक। ਤਾਂ अनुचित भिन्न ਨੂੰ ਜਦੋਂ ਆਪਾਂ ਮਿਸ਼ਰਤ ਭਿੰਨ ਚ ਬਦਲਣਾ ਹੈ, ਇਸ ਤਰੀਕੇ ਨਾਲ ਲਿਖਿਆ ਜਾਂਦਾ। ਇੱਕ ਆ ਦੇਖੋ, 27 ਨੂੰ 8 ਨਾਲ ਵੰਡਿਆ, 8 × 24, 3 ਬਚ ਗਿਆ, ਤਾਂ ਇਹ ਕਿਹਦੇ ਬਰਾਬਰ ਹੋ ਗਿਆ, ਭਾਗਫਲ 3 ਬਾਕੀ 3 ਭਾਜਕ 8। ਹੋਰ ਉਦਾਹਰਨ ਲੈ ਕੇ ਚੱਲਦੇ ਹਾਂ ਆਪਾਂ ਕਲੀਅਰ ਕਰਨ ਦੇ ਲਈ। उनताली वटा 5 वंडिया, 7 × 5 = 35, 4 बच गया। तो की सी दोस्तों देखो, भागफल किन्ना है 7, बाकी किन्ना है 4, भाजक किन्ना है 5। तो यह है अपने कोले अनुचित भिन्न नूं मिश्रत भिन्न विच बदलना। हुण उल्टा, उल्टा फिर की आ गया, मिश्रत भिन्न नूं अनुचित विच बदलना। जो आप उल्टे की गल कर रहे हो ना, एक मिश्रत भिन्न 3 सही 2 वटा 5, 7 सही 4 वटा 8। ठीक, आपां गल कीती सी जिहड़ी मिश्रत भिन्न हुंदी है किहदे बराबर हुंदी है, भागफल बाकी वटे भाजक, है ना। यही गल की सी ना, आप उदाहरण ले रहे हैं मैं, जिवें आप 27 ਨੂੰ वंडिया, 5 × 5 = 25, 2 आ गया, तो आप लिखते सी 27 वटा 5, 5 सही 2 वटा 5। क्योंकि असल दे विच दोस्तों जिहड़ा 27 हुंदा है ना, ये हुंदा भाज, या जिन्हों आप भाजफल बोलते हैं, तो असल दे विच ये फॉर्मेट हुंदा है, भाजफल बटे भाजक। ये अपने कोले आ फॉर्मेट हुंदा है। तो आपां नूं पता है जदों आपां छोटिया क्लासां वंड करते होंदे सी, आपां चैक करते होंदे सी, इहदी आपां इहदे नाल गुना करदे, बाकी जोड़ दिंदे, तो मतलब इन्हां दोहां दी गुना भागफल गुना भाजक, बाकी नूं की कर दिंदे आपां जोड़ दिंदे। यही आपां हल करते होंदे सी ना। तो नीचे भाजक उवें दा उवें, तो इत्थे देखो ਇਹਦੀ ਇਹਦੇ ਨਾਲ ਗੁਣਾ 3 × 5 प्लस बाकी बटे भाजक, 3 × 5 = 15, 15 ਤੇ 2 17। ਇੱਥੇ ਦੇਖੋ ਇਹਨਾਂ ਦੋਹਾਂ ਦੀ ਗੁਣਾ 7 × 8 + 4 ਵਟੇ 8, 7 × 8 = 56 + 4 ਵਟੇ 8। ठीक है, वो अगे हल हो रहे हैं। आपां तां गल करनी है बदलना किवें है, तो यह रूल है अपने कोले। एक उदाहरण आप होर ले रहे हैं, 3 सही 5 वटा 9, इन्हां दोहां दी गुना प्लस 5 वटे भाजक, 9 × 27। ठीक, तो फिर दोस्तों मिश्रत भिन्न की बन गई, क्योंकि जिहड़ी मिश्रत भिन्न किवें लिखी जाती सी, किवें लिखी जाती सी, भागफल बाकी वटे भाजक, यही लिखी जाती सी। तो किवें बनूगी फिर, भागफल गुना भाजक प्लस बाकी वटे भाजक। ताही मैं इत्थे का निशान लगाया है ताकि थोड़े ध्यान च रह जाए, आपां इहदी उहदे नाल की करनी है, गुना करनी है। तो यह सी दोस्तों भिन्नां बारे, भिन्नां दी किस्मां बारे, किहड़े भिन्न नूं किवें बदलिया जा सकदा है, ताकि आपां नूं अगले क्वेश्चनां दे विच अगले टॉपिक च फायदा मिल जाए। थैंक यू।